अस्सलामुअलैकुम। वालेकुम सलाम। क्या हाल चाल है जी? ठीक ठाक हो? खैरियत? अल्हम्दुलिल्लाह भाई, अल्लाह पाक दा शुक्र है। अच्छा, पहले अपना तारफ करवाओ साढ़े दोस्तां नू। मेरा नाम जी मोहम्मद सदीक आ। गुज्जर बरादरी नाल साडा तल्लक आ। चीचा उतनी 14-11 साडा चाल। अच्छा भाई सदीक साहब, ये दसो कि किन्ने क अरसे तो डेयरी फार्म कर रहे हो? डेयरी फार्मिंग तो भाई शुरू तो कर रहे हैं, यानी कि प्यो दादी तो यही काम चलदा आ रहा, लेकिन उन्होंने को थोड़ी जी शक्ल होने दिती है डेयरी। सदीक भाई सानू ये दसो कि अपना ये फार्म जिहड़ा है ये किन्ना, इहदा रकबा किन्ना टोटल? इहदा रकबा तकरीबन 30 मरले है जी। ठीक हो गया। ਇਹਦੇ ਚ कवर किन्ना है ते ਇਹਦੇ ओपन ਚ किन्ना है? कवर ਕਿਹੜਾ ਅਸੀਂ 110,000 ਰੁਪਏ 33 ਫੁੱਟ ਦਾ ਉਹ ਸ਼ੈੱਡ ਬਣਾਇਆ। अच्छा जी। ਉਹਦੇ ਵਿੱਚ ਸਾਡੇ ਜਾਨਵਰ ਕਿਹੜੇ ਆ ਨਾ, ਉਹ ਤਕਰੀਬਨ 15 ਵੱਡੀਆਂ ਗਾਵਾਂ, 15 ਵੱਡੀਆਂ ਮੱਝਾਂ ਤੇ ਕੋਈ 10-15 ਉਹਨਾਂ ਦੇ ਜਾਨਵਰ ਛੋਟੇ ਬੱਚੇ ਆ। ਸਹੀ ਜਗ੍ਹਾ ਉਹ ਕਿਹੜੀ ਨਾ 40 ਕੁ ਜਾਨਵਰਾਂ ਦੀ ਆ, ਲੇਕਿਨ ਅਸੀਂ 50 ਵਿੱਚ ਰੱਖੇ ਹੋਏ ਆ ਤੇ ਬੱਚੇ ਉਹਨਾਂ। अच्छा, ਤੁਸੀਂ ਇਹ ਦੱਸਿਓ ਕਿ ਜਿਹੜੀਆਂ ਇਹਦੇ ਚ ਗਾਵਾਂ ਹੈ ਆਪਣੇ ਕੋਲ, ਇਹ ਕਿਹੜੀ ਨਸਲ ਦੀ ਹੈ? ਗਾਵਾਂ ਸਾਡੇ ਕੋਲ ਜ਼ਿਆਦਾ ਕਿਹੜੀਆਂ ਵਾ, ਉਹ ਹੈਗੀਆਂ ਵਾ ਜੀ ਪਿਓਰ ਵਲੈਤੀ ਤੇ ਵਿੱਚ ਕੋਈ ਕ੍ਰਾਸ ਸਾਹੀਵਾਲ ਤੇ ਵਲੈਤੀ ਦਾ ਕ੍ਰਾਸ ਵੀ ਹੈ। ਅੱਛਾ, ਮੱਝਾਂ ਛੱਡਣ ਦੀ ਵਜ੍ਹਾ ਕੀ ਹੋਈ? ਮੱਝਾਂ ਛੱਡਣ ਦੀ ਵਜ੍ਹਾ ਹੋਈ ਇੱਕ ਤਾਂ ਇਹ ਬਣੀ ਕਿ ਮੱਝ ਦਾ ਕਿਹੜੀ ਹੈ ਨਾ ਪ੍ਰੋਡਕਸ਼ਨ ਬਹੁਤ ਘੱਟ ਸੀਗੀ, ਕਿਹੜੇ ਖਰਚੇ ਸੀਗੇ ਉਹ ਜ਼ਿਆਦਾ ਸੀਗੇ, ਪ੍ਰੋਡਕਸ਼ਨ ਘੱਟ ਸੀ। ਅੱਛਾ, ਦੂਸਰੀ ਗੱਲ ਉਹਦੀ ਇਹ ਦੇਖੀ ਅਸੀਂ ਕਿ ਮੱਝ ਦੀ ਕਿਹੜੀ ਹੈ ਮਤਲਬ ਉਹਦਾ ਸੂਆ ਲੰਬਾ ਨਹੀਂ ਹੁੰਦਾ। 4-5 ਮਹੀਨੇ ਉਹ ਸਹੀ ਦੁੱਧ ਦਿੰਦੀ ਹੈ, ਉਹ ਤੋਂ ਬਾਅਦ ਕਦੋਂ ਉਹਨੂੰ ਲੱਗ ਜਾਂਦੀ ਹੈ ਨਵੇਂ ਦੁੱਧ ਹੁੰਦੀ, ਉਸ ਤੋਂ ਬਾਅਦ ਉਹ ਤਕਰੀਬਨ 2-3 ਮਹੀਨੇ ਕਿਹੜੀਆਂ ਇਧਰ ਚੀਚਾ ਨਹੀਂ ਰਾਵੀ ਦੀਆਂ ਨਸਲ ਦੀਆਂ ਮੱਝਾਂ ਨਾ 3-4 ਮਹੀਨੇ ਦੁੱਧ ਦਿੰਦੀਆਂ, ਉਹ ਵੀ ਐਵੇਂ ਕਿਹੜਾ ਨਾ 6-7 ਕਿਲੋ। ਅਗਰ ਅਸੀਂ ਉਹਦਾ ਕਾਸਟ ਲਾਈਏ, ਕਿਹੜਾ ਅਸੀਂ ਉਹਨੂੰ ਵੰਡਾ ਪਾਉਂਦੇ ਹਾਂ, ਉਹਨੂੰ ਸੈਲੇਜ ਪਾਉਂਦੇ ਹਾਂ ਜਾਂ ਚਾਰਾ ਪਾਉਂਦੇ ਹਾਂ, ਕੋਈ ਵੀ ਪਾਉਂਦੇ ਹਾਂ, ਆਪਣੀ ਅਫਰਾਦੀ ਮਿਹਨਤ ਕਿਹੜੀ ਉੱਤੇ ਕਰਦੇ ਹਾਂ, ਉਹਦੇ ਨਾਲ ਉਹ ਸਾਨੂੰ ਲਾਸ ਵਿੱਚ ਹੀ ਜਾਂਦੇ। ਇਹੀ ਮੇਰੇ ਹਿਸਾਬ, ਮੇਰਾ ਅੰਦਾਜ਼ਾ ਇਹੀ ਹੈ ਵੀ ਸਾਡਾ ਕਿਹੜਾ ਫਾਰਮਰ ਆ ਨਾ, ਉਹਨੂੰ ਜ਼ਿਆਦਾ ਜਾਨਵਰਾਂ 'ਚੋਂ ਇਸ ਵਜ੍ਹਾ ਨਾਲ ਹੀ ਨੁਕਸਾਨ ਹੋ ਰਿਹਾ। ਉਹ ਆਪਣੇ ਇਹਦਾ ਪ੍ਰੋਡਕਸ਼ਨ ਦਾ ਹਿਸਾਬ ਹੀ ਨਹੀਂ ਲਾਉਂਦਾ ਵੀ ਮੈਂ ਲਾਗਤ ਕੀ ਲਾਈ ਆ, ਅੱਗੋਂ ਆਊਟਪੁੱਟ ਕਿਹੜੀ ਮੇਰੀ ਆ, ਉਹ ਕੀ ਆ। ਯਾਨੀ ਕਿ ਤੁਹਾਡੇ ਕਹਿਣ ਦੇ ਮੁਤਾਬਿਕ ਤੁਸੀਂ ਖੁਲਾਸਾ ਇਹ ਕੱਢਿਆ ਕਿ ਜ਼ਿਮੀਂਦਾਰ ਸਾਡੇ ਨੂੰ ਜੜਨਾ ਮੱਝਾਂ ਖਾ ਗਈਆਂ। ਮੱਝਾਂ ਮੈਂ ਇਹ ਕਹਿੰਦਾ ਵਾਂ ਵੀ ਕਿਹੜੀ ਅਸੀਂ ਕਹਿੰਦੇ ਹਾਂ ਵੀ ਮੱਝਾਂ 10 ਹੋ ਜਾਣ, ਉਹਦੇ 'ਚ ਅਸੀਂ ਦੇਖਦੇ ਨਹੀਂ ਕਿ ਮੱਝਾਂ ਸਾਡੇ ਕੋਲ ਨਸਲੀ ਆ ਜਾਂ ਮੱਝਾਂ ਕਿਹੜੀਆਂ ਕਿੱਦਾਂ, ਵੀ ਅਸੀਂ ਬਸ ਵਾਧਾ ਘਾਟਾ ਕਰਕੇ ਮੱਝਾਂ ਇਕੱਠੀਆਂ ਕਰ ਲੈਣੀਆਂ। ਉਹਦੇ 'ਚ ਅਸੀਂ ਉਹਦੀ ਨਸਲ ਨਹੀਂ ਦੇਖਦੇ ਵੀ ਇਹਦੀ ਕੋਈ ਨਸਲ ਚੰਗੀ ਆ, ਉਹਦੀ ਦੁੱਧ ਦੀ ਐਵਰੇਜ ਕੀ ਆ। ਉਹ ਫਿਰ ਸਾਨੂੰ ਅਸੀਂ ਉਹਦੀ ਅੰਦਾਜ਼ਾ ਲਾਉਂਦੇ ਨਹੀਂ ਕਿ ਬਸ ਸ਼ੁਰੂ ਜਾਨਵਰਾਂ ਤਰ੍ਹਾਂ ਕਾਪ ਕੰਮ ਕਰੀ ਜਾਂਦੇ ਸੁਬਾਹ ਸ਼ਾਮ, ਕਿਹੜਾ ਅੱਛਾ ਮੁਰੱਬੇ ਪੱਠੇ ਲੈ ਆਉਂਦੇ ਪਾ ਲੈ ਕਰ ਲੈ, ਉਹਦੀ ਐਵਰੇਜ ਅਸੀਂ ਕੱਢਦੇ ਨਹੀਂ ਹੈਗੇ। ਉਹਦੀ ਵਜ੍ਹਾ ਨਾਲ ਹੀ ਜ਼ਿਮੀਂਦਾਰ ਵਿਚਾਰਾ ਕਦੋਂ ਦੇਖ ਲਓ ਉਹ ਨੁਕਸਾਨ ਦੇ ਵਿੱਚ ਹੀ ਆ। ਜਾਂ ਕਹਿੰਦਾ ਵੀ ਜ਼ਿਆਦਾ ਜ਼ਿਮੀਂਦਾਰ ਦੀ ਕਿਹੜੀ ਜ਼ਿਮੀਂਦਾਰ ਦੀ ਪਰੇਸ਼ਾਨੀ ਹੈ ਨਾ, ਉਹਦੀ ਇਹੀ ਆ। ਅੱਛਾ ਜੀ ਸਦੀਕ ਭਾਈ, ਤੁਸੀਂ ਸਾਨੂੰ ਇਹ ਦੱਸੋ ਕਿ ਤੁਸੀਂ ਚਾਰੇ ਦੇ ਵਿੱਚ ਕੀ ਇਸਤੇਮਾਲ ਕਰਦੇ ਹੋ? ਸੈਲਜ ਕਰਦੇ ਹੋ, ਵੰਡਾ ਜਾਂ ਸਬਜ਼ ਚਾਰਾ? ਅੱਛਾ ਭਾਈ, ਉਹਦੇ 'ਚ ਤੁਹਾਨੂੰ ਇਹ ਅਸੀਂ ਦੱਸਣਾ ਕਿ ਅਕਸਰ ਬੰਦਿਆਂ ਨੇ ਬਹੁਤ ਵੱਡੀ ਇਨਵੈਸਟਮੈਂਟ ਕਰਕੇ ਨਾ ਇਹਦੇ ਫਾਰਮਿੰਗ ਦੇ ਵਿੱਚ, ਬਾਅਦ ਦੇ ਵਿੱਚ ਬੰਦਿਆਂ ਦੀ ਪ੍ਰੋਬਲਮ ਨੇ ਕੰਮ ਛੱਡਿਆ। ਅਸੀਂ ਇਹ ਬੰਦਿਆਂ ਦੀ ਪ੍ਰੋਬਲਮ ਕਿਸ ਤਰ੍ਹਾਂ? ਬੰਦਿਆਂ ਦੀ ਪ੍ਰੋਬਲਮ ਇਸ ਤਰ੍ਹਾਂ ਕਿ ਬੰਦੇ ਮੁਲਾਜ਼ਮ ਮਿਲਦੇ ਹੀ ਨਹੀਂ ਹੈਗੇ। ਅਗਰ ਮਿਲਦੇ ਆ ਤਾਂ 2-2 3-3 ਲੱਖ ਰੁਪਈਆ ਐਡਵਾਂਸ ਲੈਂਦੇ ਆ, ਦੂਜੇ ਤੀਜੇ ਮਹੀਨੇ ਭੱਜ ਜਾਂਦੇ ਆ। ਪਰ ਫਾਰਮਰ ਵਿਚਾਰਾ ਇੱਕ ਮੁਲਾਜ਼ਮ ਭੱਜ ਗਿਆ, ਦੂਸਰਾ ਉਹ ਆਪ ਉਹਦੇ ਮਗਰ ਪਰਿਆ ਪੰਚਾਇਤਾਂ ਕਰੇ। ਅਸੀਂ ਸਭ ਤੋਂ ਪਹਿਲੇ ਨਾ ਵੰਡਿਆਂ ਦੀ ਟੈਨਸ਼ਨ ਮੁਕਾਈ ਆ। ਅਲਹਮਦੁਲਿਲਾ ਸਾਡੇ ਕੋਲ 50 ਜਾਨਵਰ ਆ ਤੇ ਅਸੀਂ, ਸਾਡੇ ਨਾਲ ਕੋਈ ਮੁਲਾਜ਼ਮ ਨਹੀਂ, ਅਸੀਂ ਦੋਨੇ ਭਾਈ, ਸਿਰਫ ਭਾਈ ਵੀ ਦੂਸਰੇ ਕਿਹੜੇ ਆਪਣੇ 2 ਭਾਈ ਮੇਰੇ, ਇੱਕ ਸਾਹਿਬ ਆ, ਦੂਸਰੇ ਜੌਬ ਕਰਦੇ ਅਲੱਗਾ, ਤੀਸਰਾ ਦੁਕਾਨ ਤੇ ਹੁੰਦਾ, ਅਸੀਂ 2 ਬੰਦੇ ਇੱਥੇ ਹੁੰਦੇ। ਸਹੀ ਹੋ ਗਿਆ। ਤੇ ਅਸੀਂ ਇਹ ਬਿਲਕੁਲ ਰਿਲੈਕਸ ਹੋ ਕੇ ਕੰਮ ਕਰਦੇ। ਸੁਬਾਹ 9 ਵਜੇ ਫਾਰਗ ਹੋ ਜਾਂਦੇ, ਦੁਬਾਰਾ ਅਸੀਂ 3 ਵਜੇ ਆ ਕੇ ਚੁਆਈ ਕਰਨੇ। ਇਹਨੂੰ ਅਸੀਂ ਇੱਦਾਂ ਇਹਨੂੰ ਮੈਨੇਜ ਕਿੱਦਾਂ ਕੀਤਾ, ਅਸੀਂ ਸਬਜ਼ ਚਾਰਾ ਬਿਲਕੁਲ ਖ਼ਤਮ ਕਰਤਾ। ਸਾਡੇ ਹੁਣ ਸ਼ਹਿਰ ਦੇ ਵਿੱਚ ਟੋਕਾ ਨਜ਼ਰ ਨਹੀਂ ਆਊਗਾ ਕੁਤਰਨੇ ਵਾਲਾ, ਸਹੀ ਹੈ, ਅਸੀਂ ਟੋਕਾ ਹੀ ਖ਼ਤਮ ਕਰਤਾ। ਅੱਛਾ, ਉਹਦਾ ਹੱਲ ਅਸੀਂ ਕੀ ਕੀਤਾ, ਅਸੀਂ ਸੈਲੇਜ ਬਣਾਉਂਦੇ ਹਾਂ। ਠੀਕ ਹੋ ਗਿਆ। ਸੈਲੇਜ ਬਣਾ, ਆਪਣਾ ਸਾਲ ਦਾ ਪੂਰਾ ਐਵਰੇਜ ਬਣਾ ਕੇ ਸੈਲੇਜ ਮੁਰੱਬੇ ਰੱਖ ਲਈਦਾ। ਸੁਬਾਹ 10-12 ਕਿਹੜੀਆਂ ਪੰਨਾ ਉਹ ਲਿਆ ਕੇ ਖੁਰਲੀਆਂ ਦੇ ਵਿੱਚ ਸ਼ੈੱਡ ਦੇ ਵਿੱਚ ਸਿੱਟ ਦੇ ਦੀਆਂ, ਪਾਣੀ ਦੀਆਂ ਹੋਦੀਆਂ ਭਰ ਦੇ ਦੀਆਂ। ਅਸੀਂ 3 ਵਜੇ ਤੱਕ ਮੁੜ ਕੇ ਫਾਰਗ। ਠੀਕ ਹੋ ਗਿਆ। ਉਹ ਸਾਨੂੰ ਬੰਦੇ ਦੀ ਜ਼ਰੂਰਤ ਹੀ ਨਹੀਂ ਹੈਗੀ। ਤਾਂ ਇਹ ਹੁਣ ਆਪਣੇ ਕੋਲ 35 ਜਾਨਵਰ ਆ ਬੜੇ, ਠੀਕ ਹੈ, ਇਹਨਾਂ ਵਾਸਤੇ ਜੜਨਾ ਤੁਸੀਂ ਕਿੰਨਾ ਸੈਲਜ ਬਣਾਉਂਦੇ ਹੋ ਟੋਟਲ ਸਾਲ ਦਾ? 12 ਕਿੱਲਿਆਂ ਦਾ, ਤਕਰੀਬਨ 12 ਕਿੱਲਿਆਂ ਨਾਲ ਸਾਡਾ ਤਕਰੀਬਨ ਸਾਲ ਪੂਰਾ ਹੋ ਜਾਂਦਾ। ਠੀਕ ਹੋ ਗਿਆ। ਤੇ ਇਹ ਇੱਕ ਦਿਨ 'ਚ ਤੁਸੀਂ ਇਹਨਾਂ ਨੂੰ ਕਿੰਨਾ ਸੈਲਜ ਪਾ ਦਿੰਦੇ 35 ਜਾਨਵਰਾਂ ਨੂੰ? 35 ਜਾਨਵਰਾਂ ਨੂੰ ਸਾਡੀਆਂ ਤਕਰੀਬਨ 12, ਇੱਕ ਪੰਡ ਕਿਹੜੀ ਆ ਉਹ ਤਕਰੀਬਨ 2 ਮਣ ਦੀ 24-25 ਮਣ ਸੈਲਜ ਕਿਹੜਾ ਵਾ ਸਾਡਾ ਲੱਗਦਾ ਵਾ। ਠੀਕ ਹੋ ਗਿਆ।
ਸੈਲਜ ਤੁਸੀਂ ਕਿਤੇ ਬਾਹਰ ਹੀ ਕਿਤੇ ਬਣਾਇਆ? ਆਪਣੇ ਮੁਰੱਬੇ ਬਣਾ ਕੇ, ਕਿਦਾਂ ਤੂੜੀ ਦੀ ਧਾਰ ਨਹੀਂ ਆਪਾਂ ਜੀ, ਮੁਰੱਬੇ ਜੀ। ਬਣਾਉਂਦੇ, ਇਸ ਤਰ੍ਹਾਂ ਬਣਾ ਕੇ ਰੱਖਿਆ। ਅਲਹਮਦੁਲਿਲਾ ਉਹ 2-2 ਸਾਲ ਵੀ ਪਿਆ ਰਵੇ ਤੇ ਕੋਈ ਨੁਕਸਾਨ ਨਹੀਂ ਹੁੰਦਾ ਉਹਦਾ। ਸਿਰਫ ਉਹਨੂੰ ਹਵਾ, ਪਾਣੀ ਤੇ ਮਿੱਟੀ, ਇਹਨਾਂ ਸਹੀ। ਤਿੰਨਾਂ ਚੀਜ਼ਾਂ ਤੋਂ ਬਚਾ ਕੇ ਰੱਖੋ। ਭਾਵੇਂ ਕਿੰਨਾ ਪੁਰਾਣਾ ਹੋਊਗਾ ਉਹਨਾਂ ਜ਼ਿਆਦਾ ਉਹਦਾ ਉਹ ਕਿਹੜਾ ਨਾ ਉਹ ਜ਼ਿਆਦਾ ਬਣ ਜਾਂਦਾ ਅੱਛਾ। ਠੀਕ ਭਾਈ, ਸਾਨੂੰ ਤੁਸੀਂ ਇਹ ਦੱਸੋ ਕਿ ਨਵਾਂ ਕੋਈ ਬੰਦਾ ਸ਼ੁਰੂ ਕਰਨਾ ਚਾਹੁੰਦਾ ਡੇਅਰੀ ਫਾਰਮ, ਤਾਂ ਉਹਨੂੰ ਕਿੰਨੀਆਂ ਗਾਵਾਂ ਤੋਂ ਔਰ ਸ਼ੁਰੂ ਕਰਨਾ ਚਾਹੀਦਾ, ਕਿੰਨਾ ਕੁ ਪੈਸਾ ਇਨਵੈਸਟ ਕਰਨਾ ਚਾਹੀਦਾ ਸ਼ੁਰੂ ਦੇ ਵਿੱਚ, ਔਰ ਉਹਨਾਂ ਕੋਲੇ ਜਿਹੜਾ ਉਸ ਜਾਨਵਰਾਂ ਵਾਸਤੇ ਕਿੰਨੀ ਕੁ ਜਗ੍ਹਾ ਹੋਣੀ ਚਾਹੀਦੀ ਹੈ, ਤਾਂ ਕਿ ਸਾਡੇ ਜਿਹੜੇ ਨਵੇਂ ਦੋਸਤ ਆ YouTube ਤੇ ਵੀਡੀਓ ਦੇਖਦੇ ਆ ਉਹਨਾਂ ਵਾਸਤੇ ਥੋੜੀ ਜਿਹੀ ਆਸਾਨੀ ਹੋ ਜਾਏ? ਅਗਰ ਤਾਂ ਮਾਲੀ ਹਾਲਾਤ ਇਜਾਜ਼ਤ ਦਿੰਦੇ ਆ, ਘੱਟ ਤੋਂ ਘੱਟ 10 ਜਾਨਵਰਾਂ ਨਾਲ ਸ਼ੁਰੂ ਕਰਨਾ ਚਾਹੀਦਾ ਅਗਰ ਉਹਨੇ ਕਾਰੋਬਾਰ ਕਰਨਾ। ਸਹੀ ਹੈ। ਤੇ 10 ਜਾਨਵਰਾਂ ਵਾਸਤੇ ਨਾ ਘੱਟ ਤੋਂ ਘੱਟ ਵੀ ਉਹਨੂੰ ਕਿਹੜੀ ਜਗ੍ਹਾ ਵਾ, ਉਹ ਕੋਈ 15 ਕੁ ਮਰਲੇ ਜਗ੍ਹਾ ਚਾਹੀਦੀ ਆ। ਉਹਦੇ ਵਿੱਚ ਉਹ ਬੜਾ ਸੋਹਣਾ ਉਹਨਾਂ ਦਾ ਮੈਨੇਜਰ ਸੈਲਰੀ ਵਿੱਚ ਰੱਖ ਲੂਗਾ, ਆਪਣਾ ਦੂਸਰਾ ਵੀ ਕਰ ਲੂਗਾ। 15 ਮਰਲੇ ਜਗ੍ਹਾ ਦੇ ਵਿੱਚ ਸ਼ੈੱਡ ਕਿੰਨਾ ਕੁ ਹੋਣਾ ਚਾਹੀਦਾ? ਉਹਦੇ ਚ ਸ਼ੈੱਡ ਉਹਦੇ ਚ ਤਕਰੀਬਨ ਉਹ ਕਿਹੜਾ ਵਾ 50 ਫੁੱਟ ਉਹਦੀ ਲੰਬਾਈ ਕਰ ਲਵੇ। ਸਹੀ ਹੈ। ਉਹ ਇੱਕ ਸਾਈਡ ਤੋਂ ਕਰਕੇ 20 ਫੁੱਟ ਕਿਹੜੀ ਆ ਉਹਦੀ ਚੜਾਈ ਕਰਕੇ, ਤੇ ਉਹਦੇ ਚ ਬਹੁਤ ਸੋਹਣਾ ਉਹਦਾ ਸੈਟਅਪ ਬਣ ਸਕਦਾ। ਅਗਰ ਬੰਦੇ ਨੇ ਨਵਾਂ ਕੰਮ ਸ਼ੁਰੂ ਕਰਨਾ ਨਾ, ਉਹਨੂੰ 20 ਕਿਲੋ ਤੋਂ ਘੱਟ ਗਾਂ ਨਹੀਂ ਲੈਣੀ ਚਾਹੀਦੀ। ਸਹੀ ਹੈ। ਅੱਛਾ, ਉਹ 20 ਕਿਲੋ ਵਾਲੀ ਗਾਂ 3-3.5 ਲੱਖ ਤੋਂ ਘੱਟ ਨਹੀਂ ਮਿਲਣੀ। ਤੇ ਹੁਣ ਇੰਨੇ ਪੈਸੇ, ਫਿਰ ਪੈਸਿਆਂ ਦੀ ਭਰਾ ਕਿਉਂ? ਸਾਡੇ ਪਾਕਿਸਤਾਨ 'ਚ ਹਰ ਬੰਦੇ ਨੂੰ ਤੇ ਪੈਸੇ ਦੀ ਪ੍ਰੋਬਲਮ ਆ। ਉਹ 4-5 ਗਾਵਾਂ ਵੀ ਅਗਰ ਲੈਂਦਾ ਵਾ, ਲੇਕਿਨ ਉਹ 4-5 ਗਾਵਾਂ ਕਿਹੜੀਆਂ ਨਾ ਉਹ 20 ਕਿਲੋ ਐਵਰੇਜ ਵਾਲੀ ਉਹਨੂੰ ਘੱਟ ਤੋਂ ਘੱਟ ਲੈਣੀ ਚਾਹੀਦੀ। ਇਹ 20 ਕਿਲੋ ਵੀ ਆਪਾਂ ਆਪਣੇ ਪਾਕਿਸਤਾਨ ਦੇ ਹਿਸਾਬ ਨਾਲ ਕਰਦੇ ਹਾਂ, ਕਿਉਂਕਿ ਆਪਾਂ ਇੱਥੇ ਮੱਝਾਂ ਚੋਈਆਂ ਹੋਈਆਂ 6 ਕਿਲੋ 7 ਕਿਲੋ ਵਾਲੀਆਂ, ਕਿਹੜੇ ਅਸੀਂ ਕੋਈ ਬਹੁਤ YouTube ਤੋਂ ਬਾਹਰੋਂ ਪੜ੍ਹਦੇ ਹਾਂ ਫਾਰਮਾਂ, ਉਹ ਤਾਂ ਕਿ 20 ਕਿਲੋ ਵਾਲੀ ਗਾਂ ਫਾਰਮ 'ਚੋਂ ਬਾਹਰ ਕੱਢ ਦਿੰਦੇ ਆ, ਕਹਿੰਦੇ ਵੀ ਇਹਦੀ ਐਵਰੇਜ ਘੱਟ ਆ। ਭਾਈ ਆਖਰ ਦੇ ਵਿੱਚ ਸਾਡੇ ਦੋਸਤਾਂ ਨੂੰ ਤੁਸੀਂ ਜਿਹੜੇ ਡੇਅਰੀ ਫਾਰਮ ਕਰਦੇ ਆ ਉਹਨਾਂ ਨੂੰ ਕੀ ਪੈਗਾਮ ਦੇਣਾ ਚਾਹੋਗੇ ਕਿ ਉਹਨਾਂ ਨੂੰ ਆਪਣੇ ਡੇਅਰੀ ਫਾਰਮ ਤੇ ਕੀ ਕਰਨਾ ਚਾਹੀਦਾ? ਸਭ ਤੋਂ ਪਹਿਲੇ ਤਾਂ ਮੇਰਾ ਪੈਗਾਮ ਉਹਨਾਂ ਭਾਈਆਂ ਵਾਸਤੇ ਆ ਵੀ ਆਪ ਟਾਈਮ ਦਿਓ, ਮੁਲਾਜ਼ਮਾਂ ਤੇ ਮੈਨੇਜਰ ਤੇ ਇਹ ਚੀਜ਼ਾਂ ਨਾ ਛੱਡੋ। ਆਪ ਜ਼ਿਆਦਾ ਤੋਂ ਜ਼ਿਆਦਾ ਕਿਹੜਾ ਬੰਦਾ ਨਾ ਆਪ ਟਾਈਮ ਦਿੰਦਾ ਵਾ ਉਹ। ਦੂਸਰਾ, ਇਸ ਕੰਮ ਨੂੰ ਇਬਾਦਤ ਸਮਝ ਕੇ ਕਰੋ। ਇਹ ਜਾਨਵਰ ਕਿਹੜੇ ਆ, ਇਹ ਅੱਲਾਹ ਪਾਕ ਦੀ ਮਖਲੂਕ ਹੈ ਸਾਡੇ ਕੋਲ। ਇਹਨਾਂ ਦਾ ਅਸੀਂ ਤਾਂ ਇਹ ਕਹਾਂਗੇ ਜਿੰਨਾ ਅਸੀਂ ਇਹਨਾਂ ਦਾ ਖਿਆਲ ਜ਼ਿਆਦਾ ਰੱਖਾਂਗੇ, ਇਹਨਾਂ ਦੇ ਰਹਿਣ ਵਾਸਤੇ, ਇਹਨਾਂ ਦੀ ਖੁਰਾਕ ਵਾਸਤੇ, ਉਹਨਾਂ ਅੱਲਾਹ ਪਾਕ ਵੀ ਸਾਡੇ ਨਾਲ ਰਾਜ਼ੀ ਹੋਣਗੇ ਤੇ ਸਾਡੇ ਕਾਰੋਬਾਰ 'ਚ ਵੀ ਅੱਲਾਹ ਪਾਕ ਬਰਕਤ ਦੇਊ। ਕੋਈ ਵੀ ਕੰਮ ਆ ਮੁਸਲਮਾਨ ਨੂੰ ਉਹ ਦੀਨ ਸਮਝ ਕੇ ਕਰਨਾ ਚਾਹੀਦਾ। ਇਹਨੂੰ ਵੀ ਅਸੀਂ ਦੀਨ ਸਮਝ ਕੇ ਕਰਾਂਗੇ। ਇਹਦੇ ਵਿੱਚੋਂ ਅਸੀਂ ਆਪਣਾ ਉਸ਼ਰ ਕੱਢਾਂਗੇ, ਜਾਨਵਰ ਦੀ ਕਿਹੜੀ ਜ਼ਕਾਤ ਉਲਮਾ ਕਰਾਮ ਤੋਂ ਪੁੱਛ ਕੇ ਉਹ ਕੱਢਾਂਗੇ, ਤੇ ਉਹ ਅਲਹਮਦੁਲਿਲਾ ਇਹ ਵੀ ਸਾਡਾ ਦੀਨ ਬਣ ਜਾਊ। ਜੀ ਬਿਲਕੁਲ ਦਰੁਸਤ ਫਰਮਾਇਆ ਤੁਸੀਂ ਭਾਈ ਸਦੀਕ ਸਾਹਿਬ, ਬਹੁਤ ਬਹੁਤ ਸ਼ੁਕਰੀਆ। ਤੁਸੀਂ ਆਪਣਾ ਸਾਨੂੰ ਕੀਮਤੀ ਵਕਤ ਦਿੱਤਾ। ਅੱਲਾਹ ਤਾਲਾ ਤੁਹਾਨੂੰ ਜਜ਼ਾਏ ਖੈਰ ਅਤਾ ਫਰਮਾਏ। ਅਸਲਾਮੁ ਅਲੈकुम। ਵਾਲੇकुम अस्सलाम।